Good morning, students. Beta, we are going to start the literary terms today. Literary terms are terms or phrases or words which are used in literature to define a certain type of fiction. When we talk of terms, uh, you should be able to understand and give meaning to the word which has been given to you. Literary terms are different from terms or words that we use usually, but they have an exact meaning in literature. First term is ballad. What is a ballad? A ballad is a part of folk literature. It is a song that is narrative in tone. Literally, it is a dancing song, a song to be sung by the dancers. It is a short tale written in a light and rapid meter and in a simple language. The ballads were generally composed by a group of persons and were generally anonymous. They were used and sung by wandering singers. The ballads generally deal with tales of adventure, fighting, deeds of valor, bravery, love, pity, sex, family feuds, disasters, and other such things. A ballad has a special stanza form. Each stanza consists of 4 lines. It is written in iambic tetrameter or trimeter. Some well-known ballads are Tennyson's The Lady of Shalott, Keats' La Belle Dame Sans Mercy, Robin Hood and Alana Dale, The Ballad of Father Gilligan, ਲੋਕਿਨਵਾਰ। ਹੁਣ ਜੇ ਆਪਾਂ ਇਸ ਨੂੰ ਬਹੁਤ ਹੀ ਸੌਖੀ ਜਿਹੀ ਭਾਸ਼ਾ ਵਿੱਚ ਸਮਝੀਏ ਤਾਂ ਬੈਲਡ ਉਸ ਪੋਇਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਗਾਇਆ ਜਾਂਦਾ ਹੈ, ਜਿਸ ਦੇ ਵਿੱਚ ਇੱਕ ਕਹਾਣੀ ਹੁੰਦੀ ਹੈ। ਪੰਜਾਬੀ ਦੇ ਵਿੱਚ ਬਹੁਤ ਸਾਰੇ ਬੈਲਡਸ ਨੇ, ਜਿਸ ਤਰ੍ਹਾਂ ਬੈਲਡ ਹੈ ਹੀਰ ਰਾਂਝਾ, ਸੱਸੀ ਪੁੰਨੂ, ਇਹ ਸਾਰੇ ਬੈਲਡਸ ਦੇ ਵਿੱਚ ਹੀ ਆਉਂਦੇ ਨੇ। ਉਹ ਗਾਣੇ ਜਿਨ੍ਹਾਂ ਦੇ ਵਿੱਚ ਕੋਈ ਕਹਾਣੀ ਹੈ। ਜਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਉਹ ਵੀ ਬੈਲਡਸ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਕਿਸੇ ਦੀ ਬਹਾਦਰੀ ਦਾ ਜ਼ਿਕਰ ਹੈ, ਕੋਈ ਲੜਾਈ ਦਾ ਜ਼ਿਕਰ ਹੈ, ਕੋਈ ਕਹਾਣੀ ਹੈ, ਕੋਈ ਇਹੋ ਜਿਹੀ ਚੀਜ਼ ਹੈ ਜਿਸ ਦੇ ਵਿੱਚ ਪਰਿਵਾਰਾਂ ਦੇ ਝਗੜੇ ਨੇ, ਪਰਿਵਾਰਾਂ ਦੇ ਲੜਾਈਆਂ ਨੇ, ਉਹ ਸਾਰਾ ਕੁਛ ਇਹਨਾਂ ਵਿੱਚ ਦੱਸਿਆ ਜਾਂਦਾ ਹੈ। ਵੈਨ ਵੀ ਟਾਕ ਆਫ ਇੰਗਲਿਸ਼ ਲਿਟਰੇਚਰ, ਪੋਇਟਰੀ ਇਜ਼ ਫੁੱਲ ਆਫ ਬੈਲਡਸ। ਪੁਰਾਣੇ ਜ਼ਮਾਨੇ ਵਿੱਚ ਜਿਹੜੇ ਬੈਲਡਸ ਲਿਖੇ ਜਾਂਦੇ ਸੀ, ਉਹ ਕਹਾਣੀਆਂ ਜਿਹੜੀਆਂ ਤੁਰੀਆਂ ਆਉਂਦੀਆਂ ਨੇ, ਉਹ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਉਹਨਾਂ ਨੂੰ ਕੀਟਸ ਨੇ ਜਾਂ ਟੈਨਿਸਨ ਨੇ ਜਾਂ ਫਿਰ ਹੋਰ ਨੇ, ਜਿੰਨੇ ਵੀ ਪੋਇਟਸ ਨੇ ਮਸ਼ਹੂਰ ਵਾਲੇ ਰੋਮੈਂਟਿਕ ਪੋਇਟਸ ਨੇ ਖਾਸ ਕਰ, ਉਹਨਾਂ ਨੇ ਇਹਨਾਂ ਨੂੰ ਬੈਲਡਸ ਦਾ ਰੂਪ ਦਿੱਤਾ। ਹੁਣ ਜਿਹੜੀ ਲੇਡੀ ਆਫ ਸ਼ੈਲਟ ਹੈ ਪੋਇਮ, ਇਸ ਦੇ ਵਿੱਚ ਇੱਕ ਲੇਡੀ ਹੈ, ਉਸ ਨੂੰ ਇੱਕ ਵੱਡੇ ਸਾਰੇ ਉੱਚੇ ਟਾਵਰ ਦੇ ਵਿੱਚ ਕੈਦ ਕੀਤਾ ਹੋਇਆ। ਉਹ ਉੱਥੇ ਰਹਿੰਦੀ ਹੈ ਅਤੇ ਉਹ ਲੇਡੀ ਆਫ ਸ਼ੈਲਟ ਜਦੋਂ ਉਹਨੂੰ ਇਜਾਜ਼ਤ ਨਹੀਂ ਹੈ ਕਿ ਉਹ ਉਸ ਟਾਵਰ ਤੋਂ ਉਹ ਥੱਲੇ ਆ ਜਾਵੇ, ਉਸ ਦੇ ਬਿਲਕੁਲ ਸਾਹਮਣੇ ਇੱਕ ਰਿਵਰ ਵਹਿੰਦਾ ਹੈ ਅਤੇ ਉਸ ਤੋਂ ਪਰਲੇ ਪਾਸੇ ਦੂਰ ਸਾਹਮਣੇ ਇੱਕ ਟਾਊਨ ਹੈ ਜਿਹੜਾ ਜਿੱਥੇ ਲੋਕ ਆਪਣਾ ਕੰਮਕਾਰ ਕਰਦੇ ਫਿਰਦੇ ਨੇ। ਇਹ ਜਿਹੜੀ ਲੇਡੀ ਆਫ ਸ਼ੈਲਟ ਹੈ ਇਹ ਉਸ ਟਾਵਰ ਦੇ ਵਿੱਚ ਹੀ ਰਹਿੰਦੀ ਹੈ ਅਤੇ ਇੱਕ ਸ਼ੀਸ਼ੇ ਦੇ ਅੱਗੇ ਖੜ੍ਹ ਕੇ ਇੱਕ ਆਪਣਾ ਕੱਪੜਾ ਹੈ ਉਹ ਬੁਣਦੀ ਰਹਿੰਦੀ ਹੈ। ਉਹ ਇੱਕ ਮੈਜੀਕਲ ਮਿਰਰ ਹੈ। ਉਸ ਟਾਊਨ ਨੂੰ ਇਹ ਸਿੱਧਾ ਨਹੀਂ ਦੇਖ ਸਕਦੀ। ਜਦੋਂ ਵੀ ਇਹਨੇ ਉਸ ਟਾਊਨ ਨੂੰ ਦੇਖਣਾ ਹੈ ਤਾਂ ਉਸ ਮਿਰਰ ਦੇ ਥਰੂ ਹੀ ਉਹ ਦੇਖਦੀ ਹੈ ਅਤੇ ਜਿਹੜੀ ਵੀ ਨਜ਼ਾਰਾ ਉਸ ਨੂੰ ਮਿਰਰ ਦੇ ਵਿੱਚ ਨਜ਼ਰ ਆਉਂਦਾ ਹੈ ਉਹਦਾ ਬਹੁਤ ਜੀਅ ਕਰਦਾ ਹੈ ਉਸ ਸਾਰੀ ਚੀਜ਼ਾਂ ਨੂੰ ਆਪ ਦੇਖਣ ਦਾ, ਪਰ ਉੱਥੇ ਉਹ ਜਾ ਨਹੀਂ ਸਕਦੀ ਕਿਉਂਕਿ ਉਹ ਉਹਨੂੰ ਪਰਮਿਟਡ ਨਹੀਂ ਹੈ। ਅਗਰ ਉਹ ਜਾਏਗੀ ਤਾਂ ਉੱਥੇ ਹੀ ਉਹ
ਮਰ ਜਾਏਗੀ। ਅਲਟੀਮੇਟਲੀ ਕੀ ਹੁੰਦਾ ਹੈ ਲਾਸਟ ਦੇ ਵਿੱਚ, ਇਸ ਪੋਇਮ ਦੇ ਵਿੱਚ ਜਦੋਂ ਸਟੋਰੀ ਖਤਮ ਹੁੰਦੀ ਹੈ, ਹੁੰਦਾ ਇਹ ਹੈ ਕਿ ਉਹ ਲੇਡੀ ਆਫ ਸ਼ੈਲਟ ਹੈ ਜਿਹੜੀ, ਉਹ ਇੱਕ ਬੋਟ ਦੇ ਵਿੱਚ ਬੈਠਦੀ ਹੈ, ਆਪਣੇ ਟਾਵਰ ਤੋਂ ਨੀਚੇ ਆਉਂਦੀ ਹੈ, ਬੋਟ 'ਚ ਬੈਠਦੀ ਹੈ ਔਰ ਬੈਠ ਕੇ ਉਹਦੇ ਵਿੱਚ ਰਿਵਰ ਦੇ ਵਿੱਚ ਬਹਿੰਦੀ ਹੋਈ ਚਲੀ ਜਾਂਦੀ ਹੈ ਔਰ ਇੱਕ ਬਹੁਤ ਹੀ ਉਦਾਸ ਜਿਹਾ ਗੀਤ ਗਾਉਂਦੀ ਹੋਈ ਜਾਂਦੀ ਹੈ ਔਰ ਉਹਦੇ ਬੋਟ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਉਸ ਬੋਟ ਦੇ ਉੱਪਰ ਉਹ ਲਿਖ ਲੈਂਦੀ ਹੈ ਦ ਲੇਡੀ ਆਫ ਸ਼ੈਲਟ। ਇਹ ਇਸ ਦੇ ਵਿੱਚ ਸਟੋਰੀ ਹੈ। ਇਸ ਸਟੋਰੀ ਨੂੰ ਹੀ ਇੱਕ ਪੋਇਮ ਦਾ ਫਾਰਮ, ਇੱਕ ਰੂਪ ਦਿੱਤਾ ਜਿਹਨੂੰ ਅਸੀਂ ਬੈਲਡ ਕਹਿੰਦੇ ਹਾਂ। ਹੁਣ ਅਗਲਾ ਹੈ ਸੋਨੇਟ। ਸੋਨੇਟ ਉਸ ਪੋਇਮ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ 14 ਲਾਈਨਸ ਹੁੰਦੀਆਂ ਨੇ ਔਰ ਇੱਕ ਫਿਕਸਡ ਰਾਈਮ ਸਕੀਮ ਹੁੰਦੀ ਹੈ। ਮੀਟਰ ਯੂਜ਼ਡ ਇਜ਼ ਆਇੰਬਿਕ ਪੈਂਟਾਮੀਟਰ। ਸਿੰਗਲ ਆਈਡੀਆ ਇਜ਼ ਇੰਟਰੋਡਿਊਸਡ, ਡਿਵੈਲਪਡ ਐਂਡ ਕੰਕਲੂਡਡ ਇਨ ਦ ਸੋਨੇਟ। ਦੇਰ ਆਰ 2 ਟਾਈਪਸ ਆਫ ਸੋਨੇਟਸ, 2 ਤਰ੍ਹਾਂ ਦੇ ਹੁੰਦੇ ਨੇ। ਇੱਕ ਸ਼ੇਕਸਪੀਰੀਅਨ ਸੋਨੇਟ ਹੈ ਔਰ ਇੱਕ ਪੈਟਰਾਰਚਨ ਸੋਨੇਟ ਹੈ। ਜਿੰਨੇ ਵੀ ਸ਼ੇਕਸਪੀਅਰ ਦੇ ਪਲੇ ਨੇ ਉਹਨਾਂ ਦੇ ਵਿੱਚ ਜਿਹੜੀ ਪੋਇਟਰੀ ਲਿਖੀ ਹੋਈ ਹੈ ਉਹ ਸਾਰੀ ਸ਼ੇਕਸਪੀਰੀਅਨ ਸੋਨੇਟ 14 ਲਾਈਨਸ ਦੀ ਪੋਇਮਸ ਦੇ ਰੂਪ ਵਿੱਚ ਲਿਖੀ ਹੋਈ ਹੈ। ਇਸ ਦੀ ਜਿਹੜੀ ਰਾਈਮ ਸਕੀਮ ਹੁੰਦੀ ਹੈ AB CD CD EF GG GG। ਇਸ 3 ਕੁਆਟਰੇਨਸ ਨੇ ਅਤੇ ਇੱਕ ਕਪਲੇਟ ਹੁੰਦਾ ਹੈ ਅਤੇ ਇਸੇ ਸਟਾਈਲ ਵਿੱਚ ਸ਼ੇਕਸਪੀਅਰ ਆਪਣੀ ਪੋਇਟਰੀ ਨੂੰ ਲਿਖਦਾ ਸੀ 14 ਲਾਈਨਸ ਦੇ ਵਿੱਚ। ਪੈਟਰਾਰਚਨ ਸੋਨੇਟ ਦੇ ਵਿੱਚ ਕੀ ਹੈ, ਉਸ ਦੀ ਸਕੀਮ ABBA ਫਿਰ CDE ਇਸ ਤਰ੍ਹਾਂ ਲਿਖੀ ਜਾਂਦੀ ਹੈ। 8 ਲਾਈਨਾਂ ਹੁੰਦੀਆਂ ਨੇ, ਫਿਰ 6 ਹੁੰਦੀਆਂ ਨੇ। 8 ਤੇ 6 14 ਲਾਈਨਾਂ ਦੀ ਉਹ ਬਣੀ ਹੋਈ ਪੋਇਮ ਹੈ। ਜਿਵੇਂ ਮਿਲਟਨ ਨੇ ਲਿਖੀ ਸੀ ਔਨ ਹਿਜ਼ ਬਲਾਈਂਡਨੈਸ, ਤੁਸੀਂ ਪੜ੍ਹੀ ਹੋਣੀ ਹੈ। ਉਸ ਦੇ ਵਿੱਚ ਪਹਿਲਾਂ 8 ਲਾਈਨਾਂ 'ਚ ਉਸ ਦਾ ਦੱਸਿਆ ਜਾਂਦਾ ਹੈ ਕਿ ਪੋਇਟ ਕੀ ਕਹਿਣਾ ਚਾਹੁੰਦਾ ਹੈ। ਫਿਰ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ 6 ਲਾਈਨਾਂ ਨੇ ਉਹਦੇ ਵਿੱਚ ਉਸ ਨੂੰ ਖਤਮ ਕੀਤਾ ਜਾਂਦਾ ਹੈ ਉਸ ਪੋਇਮ ਨੂੰ। ਸੋ ਇਹ ਤਰੀਕਾ ਹੁੰਦਾ ਹੈ 14 ਲਾਈਨਸ ਦੀ ਪੋਇਮ ਜਿਹੜੀ ਲਿਖੀ ਜਾਂਦੀ ਸੀ ਉਸ ਨੂੰ। ਇਹ ਬਹੁਤ ਹੀ ਸੋਹਣੀ ਤਰ੍ਹਾਂ ਇਹਨਾਂ ਨੇ, ਚਾਹੇ ਸ਼ੇਕਸਪੀਅਰ ਹੈ ਚਾਹੇ ਮਿਲਟਨ ਹੈ, ਇਹਨਾਂ ਨੇ ਸੋਨੇਟ ਦੀ ਫਾਰਮ ਨੂੰ ਬਹੁਤ ਸੋਹਣਾ ਇੰਟਰੋਡਿਊਸ ਵੀ ਕੀਤਾ ਅਤੇ ਉਹਨਾਂ ਨੇ ਇਹਨੂੰ ਬਣਾਇਆ ਵੀ। ਹੁਣ ਓਡ, ODE ਓਡ ਕੀ ਹੁੰਦਾ ਹੈ? ਇਹ ਇੱਕ ਬਹੁਤ ਵੱਡੀ ਲੰਬੀ ਸਾਰੀ ਲੌਂਗ ਐਂਡ ਇਲੈਬੋਰੇਟ ਲਿਰਿਕਲ ਪੋਇਮ ਹੈ। ਜਿਹੜੀ ਵੀ ਪੋਇਮ ਲਿਰਿਕਲ ਹੁੰਦੀ ਹੈ ਉਹ ਲਿਰਿਕਸ ਉਹਦੇ ਵਿੱਚ ਹੁੰਦੇ ਨੇ, ਉਸ ਨੂੰ ਤੁਸੀਂ ਗਾ ਸਕਦੇ ਹੋ। ਇਟ ਕੈਨ ਬੀ ਸੰਗ। ਇਸ ਨੂੰ ਬਹੁਤ ਡਿਗਨੀਫਾਈਡ ਅਤੇ ਐਗਜ਼ਾਲਟਿਡ ਟੋਨ ਦੇ ਵਿੱਚ ਲਿਖਿਆ ਜਾਂਦਾ ਹੈ। ਇਟ ਇਜ਼ ਆਫਨ ਰਿਟਨ ਟੂ ਪ੍ਰੇਜ਼ ਸਮਵਨ ਔਰ ਸਮਥਿੰਗ ਔਰ ਟੂ ਮਾਰਕ ਐਨ ਇੰਪੋਰਟੈਂਟ ਓਕੇਜ਼ਨ। ਦ ਗ੍ਰੀਕ ਪੋਇਟ ਪਿੰਡਾਰ developed the form of the ode from the varying stanza patterns of the choral songs in Greek tragedy. Pindar's odes were written in honor of the winners of the Olympic Games and for other public occasions. Latin odes of Horace were private, personal expressions written in regular stanza form. The English odes are either regular, having exactly the similar stanzas, ਜਿਵੇਂ ਕੀਟਸ ਦੇ ਨੇ ਅਤੇ ਸ਼ੈਲੀ ਦੇ ਨੇ, ਜਾਂ ਇਰੈਗੂਲਰ ਨੇ ਜਿੱਥੇ ਹਰ ਸਟੈਂਜ਼ਾ ਦੀ ਆਪਣੀ ਅਰੇਂਜਮੈਂਟ ਹੈ, ਜਿਵੇਂ ਵਰਡਸਵਰਥ ਨੇ ਲਿਖਿਆ ਹੈ ਓਡ ਔਨ ਇਮੋਰਟੈਲਿਟੀ। ਓਡਸ ਜਿਹੜੇ ਨੇ ਸੀਰੀਅਸ ਟੋਨ 'ਚ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਰਿਚ ਫਿਲੋਸੋਫੀਕਲ ਆਈਡੀਆਜ਼ ਹੁੰਦੇ ਨੇ। ਜਿਹੜੀ ਓਡ ਫਾਰਮ ਆਫ ਪੋਇਟਰੀ ਹੈ ਜਾਂ ਪੋਇਟਰੀ ਦਾ ਫਾਰਮ ਹੈ ਜਿਹੜਾ ਓਡ ਜਿਹਨੂੰ ਕਹਿੰਦੇ ਨੇ, ਉਸ ਦੇ ਵਿੱਚ ਬਹੁਤ ਇਲੈਬੋਰੇਟ, ਵੱਡਾ, ਲੰਬੀ ਚੌੜਾ ਚੀਜ਼ ਡਿਸਕਸ ਕਰਦੇ ਨੇ, ਗੱਲ ਕੀਤੀ ਜਾਂਦੀ ਹੈ ਔਰ ਇਸ ਨੂੰ ਕਿਸੇ ਚੀਜ਼ ਨੂੰ ਜਾਂ ਕਿਸੇ ਬੰਦੇ ਦੀ ਪ੍ਰੇਜ਼ ਦੇ ਵਿੱਚ ਹੀ ਲਿਖਿਆ ਜਾਂਦਾ ਹੈ। ਜਦੋਂ ਅਸੀਂ ਓਡਸ ਪੜ੍ਹਾਂਗੇ, ਓਡ ਟੂ ਅ ਗ੍ਰੇਸ਼ੀਅਨ ਅਰਨ ਇੱਕ ਕੀਟਸ ਨੇ ਲਿਖਿਆ ਸੀ। ਅਰਨ ਹੁੰਦਾ ਹੈ ਇੱਕ ਭਾਂਡਾ, ਇੱਕ ਬਰਤਨ। ਉਸ ਗ੍ਰੇਸ਼ੀਅਨ ਅਰਨ ਹੈ ਉਹ, ਉਸ ਦੀ ਇੰਨੀ ਕੁ ਤਾਰੀਫ ਕੀਤੀ ਗਈ ਹੈ। ਓਡ ਟੂ ਦ ਵੈਸਟ ਵਿੰਡ, ਹਵਾ ਨੂੰ, ਵੈਸਟਰਨ ਵਿੰਡ ਨੂੰ ਬੜਾ ਵੱਡਾ ਇੱਕ ਰੂਪ ਦੇ ਦਿੱਤਾ ਕਿ ਵੈਸਟਰਨ ਸਾਈਡ ਤੋਂ ਜਿਹੜੀ ਹਵਾ ਆਉਂਦੀ ਹੈ ਉਹ ਕਿਹੋ ਜਿਹੀ ਹੁੰਦੀ ਹੈ। ਇਹ ਸਾਰੇ ਓਡਸ ਲਿਖੇ ਹੋਏ ਨੇ। ਮਤਲਬ ਚੀਜ਼ਾਂ ਕੁਛ ਨਹੀਂ ਹੈ, ਅਰਨ ਕੁਛ ਨਹੀਂ ਹੈ, ਵਿੰਡ ਕੁਛ ਨਹੀਂ ਹੈ, ਪਰ ਜਦੋਂ ਉਹਨੂੰ ਇਹਨਾਂ ਨੇ ਲਿਖਿਆ ਹੈ, ਸ਼ੈਲੇ ਨੇ, ਕੀਟਸ ਨੇ ਜਾਂ ਟੈਨਿਸਨ ਨੇ ਜਾਂ ਵਰਡਸਵਰਥ ਨੇ, ਤਾਂ ਇਹਨਾਂ ਦੀ ਜਿਹੜੀ ਰੂਪ ਹੈ, ਜਿਹੜਾ ਇਹਨਾਂ ਦਾ ਚੇਂਜ ਹੋ ਗਿਆ ਹੈ, ਉਹ ਚੀਜ਼ ਜਿਹੜੀ ਹੈ ਇਮੋਰਟਲਾਈਜ਼ ਹੋ ਗਈ ਹੈ। ਜਦੋਂ ਵੀ ਅਸੀਂ ਕਿਸੇ ਗ੍ਰੇਸ਼ੀਅਨ ਅਰਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਹ ਕੀਟਸ ਦੀ ਪੋਇਮ ਯਾਦ ਆਉਂਦੀ ਹੈ। ਜਦੋਂ ਵੀ ਅਸੀਂ ਵੈਸਟ ਵਿੰਡ ਦੀ ਯਾਦ ਕਰਦੇ ਹਾਂ ਤਾਂ ਉਹ ਸਾਨੂੰ ਪੋਇਮ ਯਾਦ ਆਉਂਦੀ ਹੈ ਕਿ ਉਹ ਇੱਕ ਹਵਾ ਦੇ ਉੱਤੇ ਲਿਖੀ ਹੋਈ ਪੋਇਮ ਹੈ ਔਰ ਇੱਕ ਓਡ ਹੈ, ਕਿਉਂਕਿ ਉਹਦੇ ਵਿੱਚ ਬਹੁਤ ਹੀ ਬਿਊਟੀਫੁਲ ਡਿਸਕ੍ਰਿਪਸ਼ਨ ਹੈ ਵੈਸਟਰਨ ਵਿੰਡ ਦੀ।
ਨੈਕਸਟ ਆਪਾਂ ਬੇਟਾ ਕੱਲ ਕਰਾਂਗੇ, ਕਿਉਂਕਿ ਨਹੀਂ ਫਿਰ ਲੰਬਾ ਹੋ ਜਾਏਗਾ ਤੇ ਤੁਹਾਨੂੰ ਸਮਝ ਨਹੀਂ ਆਣਾ। 3 ਲਿਟਰੇਰੀ ਟਰਮਸ 3 ਇੱਕ ਦਿਨ ਲਈ ਮੈਨੂੰ ਲੱਗਦਾ ਬਹੁਤ ਨੇ। ਬਾਕੀ ਕੱਲ। ਥੈਂਕ ਯੂ।